बिस्मिल्लाहिर्रहमानिर्रहीम अस्सलामु अलैकुम व रहमतुल्लाहि व बरकातहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाया, अल्लाह ताला सब नूं अपने हिफ्ज़ो ईमान दे विच रखे। अज दे व्लॉग दे विच मैं तुहानूं एक इंतहाई अफसोसनाक वाक़या जिहड़ा 12 अगस्त नूं लाहौर दे विच सब्ज़ाज़ार इलाके दे विच पेश आया कि एक माँ जिहड़ी आ सुबह दे टाइम ड्यूटी ते निकलदी आ। ਉਹ ਜੋਹਰ टाउन एक बहुत बड़ा शॉपिंग मॉल आ, उत्थे नौकरी करदी। सुबह 6 ਵਜੇ निकलदी, शाम नूं 6 ਵਜੇ आंदी आ। ਤੇ ਸੁਬਹ ਦੇ ਟਾਈਮ ਜਿਸ ਵੇਲੇ ਉਹ ਜਾਂਦੀ ਆ, ਰੋਟੀ ਵਗੈਰਾ ਪਰਾਠੇ ਵਗੈਰਾ ਬਣਾ ਕੇ ਸਾਲਡ ਗਰਮ ਕਰਕੇ ਆਪਣੇ ਬੱਚਿਆਂ ਵਾਸਤੇ ਰੱਖ ਜਾਂਦੀ ਆ ਕਿ ਬੱਚੇ ਜਦੋਂ ਉੱਠਣਗੇ ਉੱਠ ਕੇ ਤੇ ਖਾ ਲੈਣਗੇ। ਤੇ ਉਹ ਸ਼ਾਮ ਨੂੰ ਜਿਸ ਵੇਲੇ 6 ਵਜੇ ਵਾਪਸ ਆਈ ਡਿਊਟੀ ਤੋਂ ਤੇ ਵੇਖਿਆ ਕਿ ਬੱਚੇ ਜਿਹੜੇ ਨੇ ਬੇਹੋਸ਼ ਹੋਏ ਪਏ ਨੇ ਤੇ ਉਹਨੇ ਫੌਰਨ 112 ਤੇ ਕਾਲ ਕੀਤੀ। ਰੈਸਕਿਊ ਦੀ ਟੀਮ ਆਈ, ਉਹਨਾਂ ਨੂੰ ਫੌਰਨ ਚੁੱਕਿਆ, ਇਬਤਦਾਈ ਤਿੱਬੀ ਇਮਦਾਦ ਦਿੱਤੀ ਤੇ ਹਸਪਤਾਲ ਲੈ ਗਏ। ਹਸਪਤਾਲ ਜਿਸ ਵੇਲੇ ਲੈ ਗਏ ਤੇ ਉਹਨਾਂ ਦੀ ਹਾਲਤ ਬੜੀ ਸੀਰੀਅਸ ਸੀ। ਉਹ ਇੱਕ ਬੜਾ ਬੇਟਾ ਸੀ ਜਿਹੜਾ 10 ਸਾਲ ਦਾ, ਉਹ ਫੌਤ ਹੋ ਗਿਆ। 2 ਬੱਚੀਆਂ ਜਿਹੜੀਆਂ ਸੀ ਉਹਨਾਂ ਦੀ ਵੀ ਹਾਲਤ ਬੜੀ ਨਾਜ਼ੁਕ ਸੀ, ਸੀਰੀਅਸ ਸੀ। ਤੇ ਡਾਕਟਰਾਂ ਨੇ ਕਿਹਾ ਕਿ ਇਹ ਤਾਂ ਪੁਲਿਸ ਕੇਸ ਆ। ਡਾਕਟਰਾਂ ਨੇ ਹਸਪਤਾਲ ਦੇ ਵਿੱਚ ਇੱਕ ਪੁਲਿਸ ਚੌਕੀ ਹੁੰਦੀ ਆ, ਉੱਥੇ ਇਤਲਾਹ ਦਿੱਤੀ ਔਰ ਪੁਲਿਸ ਜਿਹੜੀ ਆ ਫੌਰੀ ਮੌਕੇ ਤੇ ਆ ਗਈ। ਪੁਲਿਸ ਨੇ ਆ ਕੇ ਫਿਰ ਮਾਂ ਨੂੰ ਪੁੱਛਿਆ ਕਿ ਇਹ ਵਾਕਿਆ ਕਿੱਦਾਂ ਪੇਸ਼ ਆਇਆ। ਮਾਂ ਨੇ ਦੱਸਿਆ ਕਿ ਮੈਂ ਸਵੇਰ 6 ਵਜੇ ਨਿਕਲ ਜਾਂਦੀ ਹਾਂ, ਮੈਂ ਤਾਂ ਖਾਣਾ ਬਣਾ ਕੇ ਦੇ ਕੇ ਆ ਜਾਂਦੀ ਹਾਂ ਤੇ ਹੋ ਸਕਦਾ ਖਾਣਾ ਜਿਹੜਾ ਸੀ ਅੱਜ ਸਾਲਣ ਜਿਹੜਾ ਸੀ ਮੈਂ ਨੰਗਾ ਰੱਖ ਕੇ ਆ ਗਈ ਤੇ ਉਹਨੂੰ ਫ੍ਰਿਜ ਦੇ ਵਿੱਚ ਨਹੀਂ ਸੀ ਰੱਖਿਆ, ਬਾਹਰ ਹੀ ਰੱਖਤਾ ਸੀ। ਹੋ ਸਕਦਾ ਵਿੱਚ ਕੋਈ ਚੀਜ਼ ਡਿੱਗੀ ਹੋਵੇ, ਛਿਪਕਲੀ ਵਗੈਰਾ, ਕੋਈ ਜ਼ਹਿਰੀਲੀ ਚੀਜ਼, ਜਿਹਦੀ ਵਜ੍ਹਾ ਨਾਲ ਇਹ ਖਾਣਾ ਖਾਣ ਦੀ ਵਜ੍ਹਾ ਨਾਲ ਇਹਨਾਂ ਦੀ ਇਹ ਹਾਲਤ ਹੋ ਗਈ ਆ। ਤੇ ਪੁਲਿਸ ਜਿਹੜੀ ਆ ਫਿਰ ਇਸ ਕੇਸ ਦੇ ਉੱਤੇ ਤਹਿਕੀਕਾਤ ਕਰਦੀ ਆ ਔਰ ਪੁਲਿਸ ਨੇ ਫਿਰ ਮੁਲਜ਼ਮ ਨੂੰ ਪਕੜ ਵੀ ਲਿਆ ਕਿ ਇਸ ਦੇ ਵਿੱਚ ਜ਼ਹਿਰ ਕਿਹਨੇ ਮਿਲਾਇਆ, ਉਸ ਜ਼ਹਿਰ ਕਿਹਨੇ ਮਿਲਾਇਆ ਜਾਂ ਜੋ ਵੀ ਕੁਝ ਮਿਲਾਇਆ ਉਹਦਾ ਇਸ ਵਾਕਿਏ ਦੇ ਨਾਲ ਕੀ ਤਲਕ ਸੀ, ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਇਹ 12 ਅਗਸਤ ਦਾ ਵਾਕਿਆ ਲਾਹੌਰ ਸਬਜ਼ਾਜ਼ਾਰ ਕਲੋਨੀ ਦੇ ਵਿੱਚ ਇੱਕ ਬੇਵਾ ਰਹਿੰਦੀ ਆ, ਉਹਦਾ ਨਾਮ ਸਾਇਮਾ ਆ। ਸਹਿਮਾ ਦਾ ਜਿਹੜਾ ਆਦਮੀ ਆ ਉਹਦਾ ਨਾਮ ਸੀ ਸਾਦਕ। ਸਾਦਕ ਅੱਜ ਤੋਂ 9 ਸਾਲ ਪਹਿਲੋਂ ਯਾਨੀ 2016 ਦੇ ਵਿੱਚ ਅੱਲਾ ਨੂੰ ਪਿਆਰਾ ਹੋ ਗਿਆ ਸੀ, ਵਫਾਤ ਪਾ ਗਿਆ ਸੀ। ਸਹਿਮਾ ਦੇ 3 ਬੱਚੇ ਆ। ਉਹਦੀ ਵਫਾਤ ਤੋਂ ਬਾਅਦ ਸਹਿਮਾ ਨੇ ਇੱਕ ਸ਼ਾਪਿੰਗ ਮਾਲ ਦੇ ਵਿੱਚ ਜਿਹੜਾ ਜੋਹਰ ਟਾਊਨ ਸੀ, ਬਹੁਤ ਬੜਾ ਸੀ, ਉੱਥੇ ਨੌਕਰੀ ਕਰ ਲਈ। ਸਹਿਮਾ ਦੇ ਹੁਣ ਚੂੰਕਿ 3 ਬੱਚੇ ਸੀ ਨੇ ਆਪਣੇ ਬੱਚਿਆਂ ਨੂੰ ਪਾਲਣਾ ਸੀ। ਸਭ ਤੋਂ ਬੜੀ ਬੇਟੀ ਜਿਹਦਾ ਨਾਮ ਐਮਨ, ਉਹਦੀ ਉਮਰ 13 ਸਾਲ। ਦੂਸਰੇ ਨੰਬਰ ਤੇ ਉਹਦਾ ਬੇਟਾ ਆयान, ਉਹਦੀ ਉਮਰ 10 ਸਾਲ। ਔਰ ਤੀਸਰੇ ਨੰਬਰ ਤੇ ਬੇਟਾ ਜਿਹੜਾ ਸੀ ਆਜ਼ਾਨ, ਉਹਦੀ ਉਮਰ 9 ਸਾਲ ਸੀ। ਹੁਣ ਇਹਨਾਂ ਨੂੰ ਪਾਲਣ ਵਾਸਤੇ ਇਹਨੇ ਉੱਥੇ ਸ਼ਾਪਿੰਗ ਮਾਲ ਤੇ ਨੌਕਰੀ ਕਰ ਲਈ ਔਰ ਇਹਨੇ ਫਿਰ ਉਸ ਸ਼ਾਪਿੰਗ ਮਾਲ ਤੇ ਨੌਕਰੀ ਕਰ ਲਈ ਔਰ ਆਪਣੇ ਬੱਚਿਆਂ ਨੂੰ ਪਾਲਣਾ ਸ਼ੁਰੂ ਕਰ ਦਿੱਤਾ ਉਹਨੇ। ਬਸ ਫਿਰ ਰੋਜ਼ ਸਵੇਰ 6 ਵਜੇ ਜਾਂਦੀ ਸੀ, ਸ਼ਾਮ ਨੂੰ 6 ਵਜੇ 12 ਘੰਟੇ ਡਿਊਟੀ ਕਰਕੇ ਵਾਪਸ ਆ ਜਾਂਦੀ ਸੀ। ਇੱਕ ਦਿਨ ਐਸਾ ਹੋਇਆ ਕਿ ਇਹ ਸ਼ਾਪਿੰਗ ਮਾਲ ਤੇ ਜਿਸ ਵੇਲੇ ਡਿਊਟੀ ਕਰ ਰਹੀ ਸੀ ਕਿ ਇੱਕ ਕਸਟਮਰ ਆਇਆ, ਉਹਦਾ ਨਾਮ ਰਿਹਾਨ ਸੀ। ਉਹ ਆਂਦਾ ਆ ਕੇ ਤੇ ਇਹਨੂੰ ਇੱਕ ਪਰਚੀ ਦੇ ਉੱਤੇ ਆਪਣਾ ਫੋਨ ਨੰਬਰ, ਮੋਬਾਈਲ ਨੰਬਰ ਲਿਖ ਕੇ ਪਕੜਾ ਦਿੰਦਾ ਤੇ ਸਾਇਮਾ ਨੇ ਫਟਾਫਟ ਉਹਦਾ ਮੋਬਾਈਲ ਜਿਹੜਾ ਨੰਬਰ ਉਹ ਪਰਚੀ ਤੇ ਲਿਖਿਆ ਸੀ ਪਕੜਿਆ, ਪਕੜ ਕੇ ਤੇ ਆਪਣੇ ਕੋਲ ਉਹ ਪਰਚੀ ਰੱਖ ਲਈ। ਉਸ ਤੋਂ ਬਾਅਦ ਫਿਰ ਉਹਦੇ ਨਾਲ ਉਹਨੇ ਕਾਲ ਦੇ ਉੱਤੇ ਰਾਬਤਾ ਕਰਨਾ ਸ਼ੁਰੂ ਕਰ ਦਿੱਤਾ। ਬਸ ਫਿਰ ਇਹ ਰਾਬਤਾ ਜਿਹੜਾ ਹੌਲੀ ਹੌਲੀ ਪਿਆਰ ਮੁਹੱਬਤ ਦੇ ਵਿੱਚ ਤਬਦੀਲ ਹੋ ਗਿਆ। 2023 ਤੋਂ ਲਾ ਕੇ 2025 ਤੱਕ ਇਹਨੇ ਰਿਹਾਨ ਦੇ ਨਾਲ ਬਹੁਤ ਜ਼ਿਆਦਾ ਤਾਲੁਕ ਬਣਾ ਲਿਆ ਸੀ ਤੇ ਉਸ ਤੋਂ ਬਾਅਦ ਇਹ ਫੋਨ ਤੇ ਕਾਫੀ ਦੇਰ ਤੱਕ ਉਹਦੇ ਨਾਲ ਗੱਪਾਂ ਛਾਪਾਂ ਲਾਉਂਦਾ ਰਹਿੰਦਾ ਸੀ ਰਿਹਾਨ ਸਾਇਮਾ ਦੇ ਨਾਲ। ਉਸ ਤੋਂ ਬਾਅਦ ਫਿਰ ਸਾਇਮਾ ਦੇ ਘਰ ਆਣਾ ਜਾਣਾ ਸ਼ੁਰੂ ਹੋ ਗਿਆ। ਇਹਦੀ ਸਾਇਮਾ ਦੇ ਘਰ ਆਣੀ ਜਾਣੀ ਸ਼ੁਰੂ ਹੋ ਗਈ। ਮੁਹੱਲੇ ਦੇ ਲੋਕ ਜਿਹੜੇ ਸੀ ਉਹ ਵੇਖਦੇ ਸੀ ਇਹ ਕੌਣ ਆ ਆਦਮੀ, ਇਹਦਾ ਬੰਦਾ ਜਿਹੜਾ ਸਾਦਕ ਆ ਉਹ ਤਾਂ ਫੌਤ ਹੋ ਗਿਆ, ਇਹ ਕੌਣ ਆ ਜਿਹੜਾ ਇਹਦੇ ਘਰ ਇੰਨਾ ਆਂਦਾ ਜਾਂਦਾ। ਕਾਫੀ ਬੁੜੀਆਂ ਜਿਹੜੀਆਂ ਔਰਤਾਂ ਸੀ, ਜਿਹੜੀਆਂ ਏਜਡ ਸੀ ਉਸ ਗਲੀ ਮਹੱਲੇ ਦੀਆਂ, ਇਹਨੂੰ ਪੁੱਛਦੀਆਂ ਕਿ ਇਹ ਬੰਦਾ ਕੌਣ ਆ ਜਿਹੜਾ ਇੰਨਾ ਆਉਂਦਾ ਜਾਂਦਾ। ਸਾਇਮਾ ਨੇ ਦੱਸਿਆ ਕਿ ਇਹ ਮੇਰਾ ਕਜ਼ਨ ਆ, ਮਾਮੂ ਦਾ ਲੜਕਾ ਆ ਤੇ ਇਹਦਾ ਮੈਨੂੰ ਬੜਾ ਫਾਇਦਾ, ਚਲੋ ਆਂਦਾ ਜਾਂਦਾ ਤੇ ਮੈਨੂੰ ਕੋਈ ਸੌਦਾ ਸਲਫ ਲਿਆਂਦਾ, ਦੁੱਧ ਲਿਆਂਦਾ, ਇਹਦਾ ਬੜਾ ਫਾਇਦਾ। ਉਹ ਜਿਹੜੀਆਂ ਮਹੱਲੇ ਦੀਆਂ ਔਰਤਾਂ ਸੀ ਉਹ ਚੁੱਪ ਕਰ ਗਈਆਂ। ਉਹਨਾਂ ਨੇ ਕਿਹਾ ਹੋਏਗਾ ਚਲੋ ਇਹਦਾ ਕਜ਼ਨ। ਤੇ ਇਸ ਤਰ੍ਹਾਂ ਇਹਦੀ ਆਉਣੀ ਜਾਣੀ ਸੀ ਤੇ ਇਹ ਹੁਣ ਅੱਗੋਂ ਵਕੂਏ ਦੀ ਤਰਫ ਆ ਜਾਓ ਕਿ 12 ਅਗਸਤ ਨੂੰ ਇਹ ਵਾਕਿਆ ਪੇਸ਼ ਆਇਆ ਕਿ ਜਿਸ ਵੇਲੇ ਇਹ ਚੁੱਕ ਕੇ
ਥਾਣੇ ਲੈ ਜਾਂਦੀ ਆ, ਫਿਰ ਥਾਣੇ ਵਾਲੇ ਤਫਤੀਸ਼ ਕਰਦੇ ਨੇ, ਫਿਰ ਥਾਣੇ ਵਾਲੇ ਪੁੱਛਦੇ ਨੇ, ਫਿਰ ਥਾਣੇ ਵਾਲੇ ਤਫਤੀਸ਼ ਦਾ ਆਗਾਜ਼ ਜਿਸ ਵੇਲੇ ਕਰਦੇ ਨੇ, ਪੁਲਿਸ ਜਿਹੜੀ ਆ ਮਹੱਲੇ ਦੇ ਵਿੱਚ ਆਂਦੀ ਆ ਕੇ ਮਹੱਲੇਦਾਰਾਂ ਨੂੰ ਪੁੱਛਦੀ ਆ ਕਿ ਇਹਦੇ ਘਰ ਆਉਣੀ ਜਾਣੀ ਕਿਹਦੀ ਆ। ਉਹ ਦੱਸਦੇ ਨੇ ਕਿ ਇਹਦਾ ਇੱਕ ਕਜ਼ਨ ਆ ਰਿਹਾਨ, ਉਹ ਆਂਦਾ ਜਾਂਦਾ ਇੱਥੇ ਇਹਦੇ ਘਰ। ਤੇ ਇਸ ਤਰ੍ਹਾਂ ਪੁਲਿਸ ਨੂੰ ਹਜੇ ਮਾੜਾ ਜਿਹਾ ਦੱਸਣਾ ਹੀ ਸੀ ਰਿਹਾਨ। ਪੁਲਿਸ ਜਿਹੜੀ ਆ ਉਹਨੇ ਆਪਣੇ ਕੰਨ ਖੜੇ ਕਰ ਲਏ। ਪੁਲਿਸ ਨੂੰ ਇੱਕ ਨੁਕਤਾ ਚਾਹੀਦਾ ਹੁੰਦਾ। ਪੁਲਿਸ ਨੇ ਸਾਰੇ ਸ਼ਵਾਹਿਦ ਇਕੱਠੇ ਕੀਤੇ, ਇਹਨਾਂ ਦੇ ਘਰ ਦੇ ਸਾਰਾ ਕੁਝ ਦੇਖਿਆ, ਭਾਲਿਆ। ਉਸ ਤੋਂ ਬਾਅਦ ਪੁਲਿਸ ਜਿਹੜੀ ਆ ਇਹਨੂੰ ਪੁੱਛਦੀ ਆ, ਹਾਂ ਵੀ ਬੀਬੀ ਤੂੰ ਦੱਸ ਉਹ ਰਿਹਾਨ ਕੌਣ ਆ। ਰਿਹਾਨ ਜਿਹੜਾ ਇਹ ਬੀਬੀ ਦੱਸਦੀ ਆ ਸਾਇਮਾ ਕਿ ਮੇਰਾ ਇੱਕ ਦੋਸਤ ਆ, ਲੇਕਿਨ ਮੈਂ ਮਹੱਲੇਦਾਰਾਂ ਨੂੰ ਇਹ ਦੱਸਿਆ ਸੀ ਕਿ ਇਹ ਮੇਰਾ ਕਜ਼ਨ ਆ, ਲੇਕਿਨ ਉਹ ਮੇਰਾ ਇੱਕ ਦੋਸਤ ਆ, ਮੈਂ ਉਹਦੇ ਨਾਲ ਪਿਆਰ ਕਰਦੀ ਆ, ਸਾਡੀ ਦੋਸਤੀ ਆ। ਤੇ ਪੁਲਿਸ ਨੇ ਫਿਰ ਉਸ ਰਿਹਾਨ ਨੂੰ ਆਪਣੇ ਰਿਸੋਰਸਸ ਦੇ ਨਾਲ ਪਕੜ ਲਿਆ, ਗ੍ਰਿਫਤਾਰ ਕਰ ਲਿਆ। ਔਰ ਗ੍ਰਿਫਤਾਰ ਕਰਕੇ ਤੇ ਜਿਸ ਵੇਲੇ ਉਹਦੇ ਕੋਲੋਂ ਤਫਤੀਸ਼ ਦਾ ਆਗਾਜ਼ ਕੀਤਾ, ਉਹਨੂੰ ਪੁੱਛਿਆ, ਹਾਂ ਵੀ ਤੇਰਾ ਕੀ ਇਹਦੇ ਨਾਲ ਤਲਕ ਆ, ਕਿਸ ਤਰ੍ਹਾਂ ਆ। ਪੁਲਿਸ ਨੂੰ ਉਹਨੇ ਫਿਰ ਸਾਰੀ ਗੱਲਬਾਤ ਦੱਸੀ ਕਿ ਇਸ ਤਰ੍ਹਾਂ ਮੈਂ 1 ਵਜੇ ਜਿਹੜਾ ਨਾ ਆਇਆ ਸੀ ਤੇ ਮੇਰਾ ਪ੍ਰੋਗਰਾਮ ਸੀ ਕਿ ਮੈਂ ਅੱਜ ਸ਼ਾਮ ਨੂੰ ਨਾ ਸਾਇਮਾ ਨੂੰ ਆਪਣੇ ਕੋਲ ਬੁਲਾਵਾਂਗਾ ਤੇ ਬੱਚਿਆਂ ਨੂੰ ਨਾ ਮੈਂ 1 ਵਜੇ ਜਿਸ ਵੇਲੇ ਆਇਆ, ਸਾਲਣ ਦੇ ਵਿੱਚ ਨਾ ਨੀਂਦ ਦੀਆਂ ਗੋਲੀਆਂ ਸੀ ਜਿਹੜੀਆਂ ਉਹਦਾ ਪਾਊਡਰ ਬਣਾ ਕੇ ਮਿਕਸ ਕਰਕੇ ਲੈ ਗਿਆ ਸੀ, ਸਾਲਣ ਚ ਪਾਤਾ ਕਿ ਬੱਚੇ ਜਿਹੜੇ ਸੋ ਜਾਣਗੇ। ਤੇ ਮੈਂ ਇਸ ਚੱਕਰ ਦੇ ਵਿੱਚ ਰਿਹਾ, ਮੈਨੂੰ ਨਹੀਂ ਸੀ ਪਤਾ ਕਿ ਇਹ ਏਡੀਆਂ ਜ਼ਹਿਰੀਲੀ ਹੋ ਜਾਣਗੀਆਂ ਗੋਲੀਆਂ, ਜਿਹਦੀ ਵਜ੍ਹਾ ਨਾਲ ਇੱਕ ਬੜਾ ਬੇਟਾ ਜਿਹੜਾ 10 ਸਾਲ ਦਾ ਅਜ਼ਾਨ ਉਹ ਫੌਤ ਹੋ ਜਾਏਗਾ। ਤੇ ਉਹਨੇ ਇਕਬਾਲੇ ਜੁਰਮ ਕਰ ਲਿਆ। ਲੇਕਿਨ ਜਦੋਂ ਦੂਸਰੀ ਸਾਈਡ ਤੇ ਉਹਦੀ ਸਹੇਲੀ ਨੂੰ ਸਾਇਮਾ ਨੂੰ ਪੁੱਛਿਆ ਗਿਆ, ਸਾਇਮਾ ਨੇ ਕਿਹਾ ਕਿ ਮੈਨੂੰ ਰਿਹਾਨ ਦੇ ਨਾਲ ਮਿਲਿਆ ਹੋਇਆ 2 ਮਹੀਨੇ ਹੋ ਗਏ ਸੀ ਤੇ ਮੈਂ ਉਹਦੇ ਨਾਲ ਕੋਈ ਮੁਲਾਕਾਤ ਨਹੀਂ, ਸਾਡਾ ਲੜਾਈ ਝਗੜਾ ਹੋ ਗਿਆ ਸੀ। ਉਹਨੇ ਝੂਠ ਬੋਲਿਆ ਪੁਲਿਸ ਵਾਲਿਆਂ ਕੋ। ਉਹਨੇ ਕਿਹਾ ਕਿ ਰਿਹਾਨ 2 ਮਹੀਨੇ ਤੋਂ ਮੇਰੇ ਘਰ ਨਹੀਂ ਆਇਆ। ਪੁਲਿਸ ਨੇ ਜਿਸ ਵੇਲੇ ਰਿਹਾਨ ਕੋਲ ਸਾਰੀ ਤਫਤੀਸ਼ ਕੀਤੀ ਔਰ ਉਹਦਾ ਮੋਬਾਈਲ ਚੈੱਕ ਕੀਤਾ ਤੇ ਪਤਾ ਲੱਗਾ ਕਿ ਇਹ ਉਹਦੇ ਨਾਲ 3 ਵਜੇ ਫੋਨ ਤੇ 2.5 ਮਿੰਟ ਉਹਨੇ ਗੱਲ ਕੀਤੀ ਸਾਇਮਾ ਦੇ ਨਾਲ। ਲੇਕਿਨ ਸਾਇਮਾ ਦਾ ਜਦੋਂ ਮੋਬਾਈਲ ਚੈੱਕ ਕੀਤਾ, ਸਾਇਮਾ ਨੇ ਹਰ ਚੀਜ਼ ਡਿਲੀਟ ਕਰਤੀ ਸੀ ਤੇ ਪੁਲਿਸ ਨੂੰ ਹੋਰ ਜ਼ਿਆਦਾ ਸ਼ੱਕ ਹੋ ਗਿਆ। ਤੇ ਫਿਰ ਪੁਲਿਸ ਨੇ ਸਾਇਮਾ ਨੂੰ ਵੀ ਸ਼ਾਮਲੇ ਤਫਤੀਸ਼ ਕਰ ਲਿਆ ਔਰ ਸਾਇਮਾ ਕੋਲੋਂ ਸਵਾਲਾਤ ਬਹੁਤ ਸਾਰੇ ਕੀਤੇ। ਤੇ ਪੁਲਿਸ ਨੇ ਫਿਰ ਸਾਇਮਾ ਨੂੰ ਕਿਹਾ ਕਿ ਤੇਰਾ ਚੁੱਕੇ ਸ਼ੌਹਰ ਫੌਤ ਹੋਏ ਆ, ਬੱਚਿਆਂ ਦੇ ਕੋਲ ਕੋਈ ਨਹੀਂ ਹੈਗਾ, ਲੇਕਿਨ ਅਸੀਂ ਲੇਡੀ ਔਰਤ ਜਿਹੜੀ ਆ ਨਾ ਪੁਲਿਸ ਵਾਲੀ, ਉਹ ਤੇਰੇ ਕੋਲ ਛੱਡ ਦਿੰਦੇ ਆ ਤੇ ਇਸ ਵਾਸਤੇ ਤੂੰ ਆਪਣੇ ਬੱਚਿਆਂ ਦੀ ਨਿਗਰਾਨੀ ਕਰ। ਤੇ ਪੁਲਿਸ ਹੁਣ ਜਿਹੜੀ ਆ ਉਹਨੂੰ ਪਕੜ ਕੇ ਰਿਹਾਨ ਨੂੰ ਲੈ ਗਈ ਆ। ਉਹਦੇ ਉੱਤੇ 302 ਦਾ ਪਰਚਾ ਦਰਜ ਹੋ ਗਿਆ। ਇਸ ਪਰਚੇ ਦਾ ਮੁੱਦਈ ਬਣਿਆ ਮੁਹੰਮਦ ਰਮਜ਼ਾਨ, ਬੱਚਿਆਂ ਦਾ ਮਾਮੂ। ਬੱਚਿਆਂ ਦੇ ਮਾਮੂ ਨੂੰ ਜਿਸ ਵੇਲੇ ਪੁਲਿਸ ਨੇ ਪੁੱਛਿਆ ਕਿ ਤੁਸੀਂ ਆਪਣੀ ਭੈਣ ਨੂੰ ਕਿਉਂ ਨਹੀਂ ਰੋਕਿਆ ਹੈਗਾ, ਉਹ ਕਹਿੰਦੇ ਕਿ ਅਸੀਂ ਕਈ ਦਫਾ ਮਨਾ ਕੀਤਾ ਸੀ ਕਿ ਰਿਹਾਨ ਨੂੰ ਆਪਣੇ ਘਰ ਨਾ ਵਾੜ, ਲੇਕਿਨ ਭੈਣ ਅੱਗੋਂ ਇਹ ਕਹਿੰਦੀ ਸੀ ਕਿ ਜਦੋਂ ਮੈਂ ਆਪਣੇ ਘਰ ਦਾ ਖਰਚਾ ਆਪ ਚਲਾਣਾ, ਆਪਣਾ ਚੁੱਕਣਾ ਆਪ ਚੁੱਕਣਾ, ਤੁਹਾਨੂੰ ਕੋਈ ਮਸਲਾ ਨਹੀਂ ਹੈਗਾ, ਤੁਹਾਨੂੰ ਕੋਈ ਤਕਲੀਫ ਨਹੀਂ ਦਿੰਦੀ ਤੇ ਤੁਸੀਂ ਮੇਰੇ ਘਰ ਦਖਲਅੰਦਾਜ਼ੀ ਨਾ ਕਰੋ। ਉਹ ਨਹੀਂ ਸੀ ਮੰਨਦੀ, ਅਸੀਂ ਖਾਮੋਸ਼ ਰਹਿ ਜਾਂਦੇ ਸੀ। ਤੇ ਇਸ ਤਰ੍ਹਾਂ ਇਹ ਵਾਕਿਆ ਸੀ ਕਿ ਜਦੋਂ ਤੁਸੀਂ ਗਲਤ ਰਾਸਤੇ ਤੇ ਚੱਲੋਗੇ ਤੇ ਉਹਦਾ ਨਤੀਜਾ ਵੀ ਜਿਹੜਾ ਨਾ ਗਲਤ ਨਿਕਲੇਗਾ। ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਨ ਚ ਰੱਖੇ। अस्सलामु अलैकुम व रहमतुल्लाहि व बरकातुहू।